ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ 4-5 ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਤੇ ਅੱਜ ਕੈਨੇਡਾ ਦੇ ਵਿੱਚ ਮਹਿੰਗਾਈ ਫੇਰ ਵਧਣੀ ਸ਼ੁਰੂ ਹੋ ਗਈ ਹੈ। ਅਪ੍ਰੈਲ ਮਹੀਨੇ ਦੀ ਰਿਪੋਰਟ ਆਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਦੂਜਾ, BC ਦੇ ਵਿੱਚ ਗਰਮੀ ਦਾ ਕਹਿਰ ਉਸੇ ਤਰ੍ਹਾਂ ਜਾਰੀ ਹੈ, ਕਈ ਤਰ੍ਹਾਂ ਦੀ ਮੌਸਮ ਨੇ ਸਮੱਸਿਆ ਪੈਦਾ ਕੀਤੀ ਹੈ। ਤੀਜੀ ਗੱਲਬਾਤ ਕਰਨੀ ਆ ਸਰੀ ਮੈਮੋਰੀਅਲ ਹਸਪਤਾਲ ਦੀ ਹਾਲਤ ਮਾੜੀ ਆ। ਅਤੇ ਚੌਥੀ ਗੱਲਬਾਤ ਕਰਨੀ ਆ ਕਿ ਇੱਥੋਂ ਕੈਨੇਡਾ ਦੇ ਮਰੀਜ਼ਾਂ ਨੂੰ ਹੁਣ ਇਲਾਜ ਦੇ ਲਈ ਅਮਰੀਕਾ ਭੇਜਿਆ ਜਾ ਰਿਹਾ। ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੀ ਮਹਿੰਗਾਈ ਦੇ ਲਈ। ਮਹਿੰਗਾਈ ਲਗਾਤਾਰ ਕੈਨੇਡਾ ਦੀ ਜਿਹੜੀ ਆ ਉਹ ਥੱਲੇ ਆ ਰਹੀ ਸੀ ਹੁਣ ਕਾਫੀ ਮਹੀਨਿਆਂ ਤੋਂ, ਅਤੇ ਹੁਣ ਇਹ ਪਹਿਲੀ ਵਾਰੀ ਹੋਇਆ ਕਿ ਮਹਿੰਗਾਈ ਦੁਬਾਰਾ ਉੱਪਰ ਵੱਲ ਨੂੰ ਜਾਣੀ ਸ਼ੁਰੂ ਹੋ ਗਈ ਆ। ਕੈਨੇਡਾ ਦਾ ਇਨਫਲੇਸ਼ਨ ਰੇਟ ਜਿਹੜਾ ਇੱਕ ਕੂਲਿੰਗ ਟਰੈਂਡ ਚੱਲ ਰਿਹਾ ਸੀ ਇਹਦੇ ਵਿੱਚ, ਉਹ ਦੁਬਾਰਾ ਉੱਪਰ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਅਤੇ 4.4% ਐਨੂਅਲ ਰੇਟ ਅਪ੍ਰੈਲ ਮਹੀਨੇ ਦਾ ਦੱਸਿਆ ਜਾ ਰਿਹਾ। ਜਿਹੜੇ ਅਰਥ ਸ਼ਾਸਤਰੀ ਨੇ ਉਹ ਜਦੋਂ ਇਹ ਡਾਟਾ ਸਟੈਟਿਸਟਿਕਸ ਕੈਨੇਡਾ ਦੁਆਰਾ ਮੰਗਲਵਾਰ ਨੂੰ ਅੱਜ ਰਿਲੀਜ਼ ਕੀਤਾ ਗਿਆ ਤਾਂ ਉਹਨਾਂ ਨੂੰ ਆਸ ਸੀਗੀ। ਡਾਟਾ ਕਹਿੰਦਾ ਵੀ ਮਾਰਚ ਦੇ ਵਿੱਚ 4.3 ਇਹ ਮਹਿੰਗਾਈ ਸੀਗੀ 4.3% ਦੇ ਉੱਤੇ, ਅਤੇ ਮਾਹਰ ਇਹ ਕਹਿੰਦੇ ਸੀ ਵੀ ਐਤਕੀ 4.1% ਦੇ ਨੇੜੇ ਤੇੜੇ ਰਹਿ ਜੂਗੀ। 4 ਵੀ ਹੋ ਸਕਦੀ ਹੈ, 4.1% ਵੀ ਹੋ ਸਕਦੀ ਹੈ, ਪਰ ਹੋਇਆ ਇਹਦੇ ਉਲਟ। ਉਹ 0.1% ਵੱਧ ਗਈ ਅਤੇ ਇਸ ਵੇਲੇ ਅਪ੍ਰੈਲ ਦੇ ਵਿੱਚ ਜਿਹੜੀ ਮਹਿੰਗਾਈ ਦੀ ਦਰ ਆ ਜਾਂ ਪਰਸੈਂਟੇਜ ਉਹਦੀ ਕਹਿ ਲਓ ਤੁਸੀਂ, ਜਿਹੜੀ ਪਰਸੈਂਟੇਜ ਆ 4.3% ਦੇ ਉੱਤੇ ਪਹਿਲਾਂ ਸੀ ਅਤੇ ਹੁਣ 4.4% ਦੇ ਉੱਤੇ ਚਲੇਗੀ ਹੈ। ਸੋ ਇਹ ਇੱਕ ਬੜੀ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ। ਹਾਲਾਂਕਿ ਇੰਨਾ ਵੱਡਾ ਫਰਕ ਨਹੀਂ ਪੈਂਦਾ ਵੀ 4.3 ਸੀ ਅਤੇ 4.4 ਹੋ ਗਈ ਹੈ, ਇਹਦੇ ਨਾਲ ਕਿੰਨਾ ਕੁ ਵੱਡਾ ਫਰਕ ਪੈ ਜਾਊਗਾ। ਪਰ ਫਰਕ ਇਸ ਗੱਲ ਦਾ ਪੈਂਦਾ ਵੀ ਇਹ ਵਧਣੀ ਸ਼ੁਰੂ ਹੋ ਗਈ ਆ। ਅਤੇ ਘਟਾਈ ਕਿਸ ਤਰ੍ਹਾਂ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੰਟਰਸਟ ਰੇਟ ਵਧਾ ਕੇ ਮਹਿੰਗਾਈ ਘਟਾਈ ਗਈ ਸੀ, ਜਿਹੜੀ 8% ਦੇ ਉੱਤੇ ਚਲੇ ਗਈ ਸੀ। ਜਿਹੜੀ ਬੈਂਕ ਆਫ ਕੈਨੇਡਾ ਸੀ ਉਹਨੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ, ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ, ਵਧਾਈ ਗਿਆ ਲਗਾਤਾਰ। ਅਤੇ ਪਿਛਲੀ ਵਾਰੀ ਇਹਨਾਂ ਨੇ ਉਨੇ ਹੀ ਰੱਖ ਲਿਆ ਸੀ, ਵਧਾਏ ਨਹੀਂ ਸੀਗੇ, ਕਿਉਂਕਿ ਮਹਿੰਗਾਈ ਆਟੋਮੈਟਿਕਲੀ ਘਟਣੀ ਸ਼ੁਰੂ ਹੋ ਗਈ ਸੀ। ਪਰ ਹੁਣ ਜੇ ਮਹਿੰਗਾਈ ਉੱਪਰ ਵੱਲੋਂ ਜਾਣੀ ਸ਼ੁਰੂ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਬੈਂਕ ਆਫ ਕੈਨੇਡਾ ਇਸ ਗੱਲ ਬਾਰੇ ਵੀ ਸੋਚ ਸਕਦੀ ਹੈ ਵੀ ਵਿਆਜ ਹੋਰ ਵਧਾ ਦਿਓ। ਹਾਲਾਂਕਿ ਉਹ ਕਹਿ ਚੁੱਕੇ ਆ ਕਿ ਅਸੀਂ ਇਹਨੂੰ ਹੁਣ ਰੋਕਣਾ ਚਾਹੁੰਦੇ ਹਾਂ, ਇੱਥੇ ਬਹੁਤੇ ਵਿਆਜ ਨਹੀਂ ਵਧਣੇ, ਸਾਰੇ ਮਾਹਰਾਂ ਦਾ ਅੰਦਾਜ਼ਾ ਵੀ ਇਹੀ ਆ। ਪਰ ਜੇ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਫਿਰ ਵਿਆਜ ਦਰਾਂ ਵੱਧ ਸਕਦੀਆਂ, ਅਤੇ ਜੇ ਵਿਆਜ ਦਰਾਂ ਵੱਧ ਗਈਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਦੇ ਨਾਲ ਹਾਲਤ ਕੀ ਹੋਣੀ ਆ। ਪਹਿਲਾਂ ਹੀ ਲੋਕਾਂ ਦੀ ਬੱਸ ਹੋਈ ਪਈ ਆ, ਕਦੇ ਰਿਸੈਸ਼ਨ ਦੀ ਗੱਲਬਾਤ ਆਉਂਦੀ ਹੈ ਅਤੇ ਕਦੇ ਤੰਗੀ ਤੁਰਸ਼ੀ ਨੌਕਰੀਆਂ ਦੀ, ਕਈ ਸਵਾਲ ਜਿਹੜੇ ਪੈਦਾ ਹੁੰਦੇ ਆ, ਤਾਂ ਫਿਰ ਇਹ ਗੱਲਬਾਤ ਹੋਰ ਅੱਗੇ ਨੂੰ ਜਾ ਸਕਦੀ ਹੈ। ਕਾਰਨ ਕੀ ਹੈ? ਐਤਕੀ ਜਿਹੜੀ ਕਾਸਟ ਨੇ, ਕੀਮਤਾਂ ਨੇ, ਚਾਹੇ ਉਹ ਗੈਸ ਦੀਆਂ ਨੇ, ਗੈਸੋਲੀਨ ਦੀਆਂ, ਚਾਹੇ ਕਿਰਾਇਆ ਅਤੇ ਚਾਹੇ ਕਿਸੇ ਦੇ ਘਰ ਦੀ ਮੌਰਗੇਜ ਆ, ਸਾਰੀਆਂ ਇਸ ਮਹੀਨੇ ਦੇ ਵਿੱਚ ਬਹੁਤ ਵਧੀਆਂ, ਜ਼ਿਆਦਾ ਵਧੀਆਂ ਇਹ ਉੱਪਰਲੇ ਪਾਸੇ ਨੂੰ ਗਈਆਂ। ਪਹਿਲੀ ਇਹ ਵਾਧਾ ਕਿਹਾ ਜਾ ਸਕਦਾ ਜਦੋਂ ਦਾ ਜੂਨ 2022 ਤੋਂ ਲੈ ਕੇ, ਜਦੋਂ ਕੈਨੇਡਾ ਦੀ ਇਨਫਲੇਸ਼ਨ 40 ਸਾਲ ਸਭ ਤੋਂ ਜ਼ਿਆਦਾ ਹਾਈਐਸਟ ਹਿੱਟ ਕੀਤੀ ਸੀ 8.1% ਦੇ ਉੱਤੇ। ਜੂਨ 2022 ਦੇ ਵਿੱਚ 8.1% ਦੇ ਉੱਤੇ ਮਹਿੰਗਾਈ ਚੱਲ ਗਈ ਸੀ। ਇਹਦਾ ਮੋਟਾ ਜਿਹਾ ਸਮਝਣਾ ਹੋਵੇ ਵੀ ਮਹਿੰਗਾਈ ਸਹੀ ਕਿੰਨੀ ਹੁੰਦੀ ਆ, 2.0 ਦੇ ਨੇੜੇ ਤੇੜੇ ਇਹਨਾਂ ਨੇ ਰੱਖਣੀ ਹੁੰਦੀ ਆ, ਅਤੇ 8.1 ਪਿਛਲੀ ਜੂਨ ਦੇ ਵਿੱਚ ਪਿਛਲੇ ਸਾਲ ਚਲੇ ਗਈ ਸੀ। ਅਤੇ ਫਿਰ ਉੱਧਰੋਂ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰਤੀਆਂ ਅਤੇ ਇਹਨੂੰ ਘਟਦੇ ਉਹ ਥੱਲੇ ਨੂੰ ਲੈ ਆਏ ਸੀ, ਅਤੇ ਅਲਟੀਮੇਟਲੀ ਆ ਕੇ 4 ਪੁਆਇੰਟ ਦੇ ਉੱਤੇ ਟਿਕ ਗਈ ਸੀ। ਅਤੇ ਹੁਣ ਇਹਨਾਂ ਨੇ ਹੋਰ ਥੱਲੇ ਲਿਆਉਣੀ ਸੀ, ਪਰ ਉਹ ਇੱਕਦਮ ਉੱਤੇ ਚਲੇ ਗਈ ਥੋੜ੍ਹੀ ਜਿਹੀ। ਫੂਡ ਪ੍ਰਾਈਸਿਸ ਵੱਡਾ ਸੋਰਸ ਆ ਜਿਹੜੀ ਇਸ ਚੀਜ਼ ਦਾ ਕੈਨੇਡੀਅਨ ਫੈਮਲੀਜ਼ ਦੇ ਲਈ ਵੱਡਾ ਇੱਕ ਸਮੱਸਿਆ ਹੈ ਇਸ ਵੇਲੇ। ਓਵਰਆਲ ਕਾਸਟ ਜਿਹੜੀ ਆ ਉਹ ਅਪ ਐਂਡ ਡਾਊਨ ਹੁੰਦੀ ਰਹੀ ਹੈ ਪਿਛਲੇ ਕੁਛ ਥਾਵਾਂ ਦੇ ਉੱਤੇ, ਪਰ ਅਜੇ ਵੀ ਇਹ ਖਾਣ ਪੀਣ ਵਾਲੀਆਂ ਵਸਤਾਂ ਦੀ ਕੀਮਤ ਓਨੀ ਘਟੀ ਨਹੀਂ। ਗਰੋਸਰੀ ਪ੍ਰਾਈਸਿਸ ਲਗਾਤਾਰ ਵਧਿਆ, 9.1% ਪਿਛਲੇ ਸਾਲ ਅਪ੍ਰੈਲ ਨਾਲੋਂ ਅੱਪ ਦੱਸੇ ਜਾ ਰਹੇ ਆ। ਮਾਰਚ ਨਾਲੋਂ ਭਾਵੇਂ ਘੱਟ ਆ, ਮਾਰਚ 'ਚ 9.7% ਸੀ, ਪਰ ਭਾਵੇਂ ਮਾਰਚ ਨਾਲੋਂ ਘੱਟ ਆ, ਪਰ ਜਿੰਨੀ ਓਵਰਆਲ ਮਹਿੰਗਾਈ ਆ ਉਹਦੇ ਨਾਲੋਂ ਤਾਂ ਦੁੱਗਣੇ ਆ। ਜੇ 4.4 ਦੇ ਉੱਤੇ ਮਹਿੰਗਾਈ ਆ ਤਾਂ 9.7 ਦੇ ਉੱਤੇ ਇਸ ਵੇਲੇ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਗਈਆਂ ਆ ਉਹ ਥੱਲੇ ਨਹੀਂ ਆ ਰਹੀਆਂ। ਗੈਸ ਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ। ਗੈਸ ਪ੍ਰਾਈਸਿਸ ਜਿਹੜੇ ਆ ਉਹ ਵਧੇ ਆ 2022 ਦੇ ਸ਼ੁਰੂ ਦੇ ਵਿੱਚ, ਜਦੋਂ ਉਸ ਵੇਲੇ ਵਧੇ ਸੀ ਜਦੋਂ ਰੂਸ ਉੱਥੇ ਗਿਆ ਨੇ ਇਨਵੇਡ ਕਰ ਦਿੱਤਾ ਸੀ ਆਪਣੇ ਯੂਕਰੇਨ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਕਾਫੀ ਉੱਤੇ ਚਲੇ ਗਏ, ਫਿਰ ਥੱਲੇ ਨੂੰ ਆ ਗਿਆ ਸੀ। ਹੁਣ ਫਿਰ ਇਹ ਉੱਪਰ ਚਲੇ ਗਿਆ ਜਦੋਂ ਮੰਥਲੀ ਬੇਸਿਸ ਦੇ ਉੱਤੇ ਦੇਖਦੇ ਹਾਂ। ਪੰਪਾਂ ਦੇ ਉੱਤੇ ਗੈਸ ਦੀਆਂ ਕੀਮਤਾਂ 6.3% ਅਪ੍ਰੈਲ ਦੇ ਮਹੀਨੇ ਦੇ ਵਿੱਚ ਵਧੀਆਂ। ਇਹ ਸਭ ਤੋਂ ਵੱਡਾ ਜੰਪ ਆ ਅਕਤੂਬਰ ਤੋਂ ਬਾਅਦ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ। ਗੈਸੋਲੀਨ ਦੀਆਂ ਕੀਮਤਾਂ ਉੱਤੇ ਨੂੰ ਜਾ ਰਹੀਆਂ, ਕਈ ਕਾਰਨ ਨੇ, ਜੀਓਪੋਲੀਟੀਕਲ ਨੇ, ਮੈਕਰੋ ਇਕਨੋਮਿਕ ਰੀਜ਼ਨਸ ਨੇ, ਕਈ ਫੈਕਟਰ ਦੱਸੇ ਜਾ ਰਹੇ ਆ, ਪਰ ਇਹ ਅਲਟੀਮੇਟਲੀ ਵੱਧ ਰਹੀ ਹੈ ਕੀਮਤ। ਜੇ ਇਹਦੀ ਵੱਧ ਰਹੀ ਹੈ ਤਾਂ ਉਹਦੇ ਨਾਲ ਬਾਕੀ ਕੀਮਤਾਂ ਸਾਰੀਆਂ ਵੱਧ ਰਹੀਆਂ। ਕਾਰਬਨ ਟੈਕਸ ਵੀ 1 ਅਪ੍ਰੈਲ ਤੋਂ ਜਿਹੜਾ $65 ਪਰ ਟਨ ਐਮਿਸ਼ਨ ਦੇ ਉੱਤੇ ਲੱਗਿਆ, ਉਹਦਾ ਵੀ ਰੋਲ ਇਹਦੇ ਵਿੱਚ ਹੋ ਸਕਦਾ ਆ।
3 ਸੈਂਟ ਪਰ ਲੀਟਰ ਐਡ ਕੀਤੇ ਆ ਕਾਸਟ ਆਫ ਗੈਸੋਲੀਨ ਦੇ ਵਿੱਚ, ਜਿਹਦੇ ਨਾਲ ਟੋਟਲ ਰਫਲੀ 14 ਸੈਂਟ ਪਰ ਲੀਟਰ ਇਸ ਵੇਲੇ ਵੱਧ ਗਿਆ ਹੈ। ਸਰਕਾਰ ਦਾ ਡਾਟਾ ਇਹ ਵੀ ਦੱਸਦਾ ਹੈ ਕਿ ਐਵਰੇਜ ਰਿਟੇਲ ਪ੍ਰਾਈਸ 1 ਲੀਟਰ ਗੈਸੋਲੀਨ ਦਾ ਅਪ੍ਰੈਲ ਦੇ ਵਿੱਚ 1.60 ਦੱਸਿਆ ਗਿਆ, ਜਿਹੜਾ ਕਿ 1.50 ਮਾਰਚ ਦੇ ਵਿੱਚ ਸੀਗਾ, ਤੇ ਉਹਦੇ ਨਾਲੋਂ 10 ਸੈਂਟ ਉੱਤੇ ਚਲੇ ਗਿਆ। ਤੇ ਪਰ ਇਹ ਕਿਸੇ ਵੇਲੇ 2.07 ਵੀ ਰਿਹਾ, ਤੁਹਾਨੂੰ ਪਤਾ 2 ਤੋਂ ਵੀ ਉੱਤੇ ਟੱਪ ਗਿਆ ਸੀ ਇਹਦਾ ਪ੍ਰਾਈਸ, ਤੇ ਉੱਥੋਂ ਹੁਣ ਥੱਲੇ ਆ ਗਿਆ ਆ। ਤੇ ਪਰ ਇਸ ਵੇਲੇ ਹਜੇ ਵੀ ਇਹਦੀ ਕੀਮਤ, ਇਹਦਾ ਪ੍ਰਾਈਸ ਜਿਹੜਾ ਉਹ ਜ਼ਿਆਦਾ ਦੱਸਿਆ ਜਾ ਰਿਹਾ। ਇਨਫਲੇਸ਼ਨ ਬੈਂਕ ਆਫ ਕੈਨੇਡਾ ਦੇ ਲਈ, ਜਿੱਦਾਂ ਪਹਿਲਾਂ ਦੱਸਿਆ, ਕੋਈ ਬਹੁਤੀ ਚੰਗੀ ਖਬਰ ਨਹੀਂ ਹੈ। ਜੇ ਉਹ ਸੋਚ ਸਕਦੇ ਆ ਇਹਦੀਆਂ ਵਧਾਉਣ ਦੇ ਲਈ, ਪ੍ਰਾਈਸ ਪ੍ਰੈਸ਼ਰ ਵੈਸੇ ਹੀ ਬਹੁਤ ਆ ਇਸ ਵੇਲੇ, ਕਿਉਂਕਿ ਰੇਟ ਹਾਈਕ ਉਹਨਾਂ ਨੇ ਪਹਿਲਾਂ ਬੰਦ ਕਰ ਦਿੱਤਾ ਆ ਕਿ ਹੁਣ ਅਸੀਂ ਨਹੀਂ ਵਧਾਉਣੇ, ਤੇ ਇਨਫਲੇਸ਼ਨ ਕਿਉਂਕਿ ਕਲੀਅਰ ਕੱਟ ਦਿਸ ਰਹੀ ਸੀ, ਪਰ ਹੁਣ ਜਦੋਂ ਨਹੀਂ ਦਿਸ ਰਹੀ ਤੇ ਡਾਟਾ ਸੈਂਟਰਲ ਬੈਂਕ ਨੂੰ ਮਤਲਬ ਸੋਚਣ ਲਈ ਮਜਬੂਰ ਕਰ ਸਕਦਾ ਵੀ ਇੱਕ ਵਾਰੀ ਫੇਰ ਵਧਾ ਦਈਏ ਇੰਟਰਸਟ ਰੇਟ। ਤੇ ਇੰਟਰਸਟ ਰੇਟ ਵਧਣ ਦੇ ਨਾਲ ਫਿਰ ਸਾਰੇ ਉੱਤੇ ਅਸਰ ਪੈਂਦਾ ਆ, ਤੇ ਇਹ ਇੱਕ ਮਤਲਬ ਬੜਾ ਡਿਪੈਂਡਿੰਗ ਫੈਕਟਰ ਆ ਜਿਹੜਾ ਸਾਰੀ ਇਕੋਨਮੀ ਦੇ ਉੱਤੇ ਅਸਰ ਪਾਉਂਦਾ ਆ। ਬੈਂਕ ਆਫ ਕੈਨੇਡਾ ਇਹ ਚਾਹੁੰਦੀ ਹੈ ਕਿ ਵਿਆਜ ਓਨਾ ਚਿਰ ਵਧਾਈ ਜਾਓ ਜਿੰਨਾ ਚਿਰ ਲੋਕਾਂ ਦੀ ਚੀਜ਼ਾਂ ਖਰੀਦਣ ਦੀ ਹਿੰਮਤ ਨਹੀਂ ਰਹਿੰਦੀ, ਲੋਕਾਂ ਦੀ ਬੱਸ ਨਹੀਂ ਹੋ ਜਾਂਦੀ। ਕ੍ਰੈਡਿਟ ਕਾਰਡ ਦੇ ਉੱਤੇ, ਦੂਜੀਆਂ ਤੀਜੀਆਂ ਚੀਜ਼ਾਂ ਉੱਤੇ ਲੋਕ ਖਰੀਦਣ ਹੀ ਨਾ ਚੀਜ਼ਾਂ, ਤੇ ਜਦੋਂ ਲੋਕ ਨਹੀਂ ਖਰੀਦਣਗੇ ਤੇ ਆਪਣੇ ਆਪ ਹੀ ਮਾਰਕੀਟ ਦੇ ਵਿੱਚ ਚੀਜ਼ਾਂ ਪਈਆਂ ਰਹਿਣਗੀਆਂ। ਜਦੋਂ ਪਈਆਂ ਰਹਿਣਗੀਆਂ ਤੇ ਜਿਹੜੇ ਵੇਚਣ ਵਾਲੇ ਉਹ ਸਸਤੀਆਂ ਕਰ ਦੇਣਗੇ ਤੇ ਮਹਿੰਗਾਈ ਘਟ ਜਾਊਗੀ। ਹੁਣ ਇਹ ਫਾਰਮੂਲਾ ਕਿੰਨਾ ਕੁ ਸਹੀ ਆ, ਕਿੰਨਾ ਕੁ ਚੱਲਦਾ ਆ, ਕੀ ਉਹਨਾਂ ਕੀਮਤਾਂ ਨੂੰ ਕੰਟਰੋਲ ਸਿਰਫ ਇੰਟਰਸਟ ਰੇਟ ਕਰ ਰਿਹਾ ਆ ਜਾਂ ਹੋਰ ਚੀਜ਼ਾਂ ਕਰ ਰਹੀਆਂ ਆ, ਇਹ ਇੱਕ ਵੱਡਾ ਫੈਕਟਰ ਆ। ਪਰ ਬਹੁਤ ਹੀ ਚੰਗੀ ਮਹਿੰਗਾਈ ਦੇ ਮਾਮਲੇ ਦੇ ਵਿੱਚ ਇਹ ਰਿਪੋਰਟ ਨਹੀਂ ਮੰਨੀ ਜਾ ਰਹੀ, ਲਗਾਤਾਰ ਘਟਦੀ ਰਹਿੰਦੀ ਤੇ ਹਾਲਾਤ ਠੀਕ ਹੋ ਜਾਣੇ ਸੀ ਇਸ ਸਾਲ ਦੇ ਆਖਰ ਤੱਕ ਜਾਂ ਅਗਲੇ ਸਾਲ ਤੱਕ। ਕਹਿੰਦੇ ਸੀ ਵੀ ਇਹ ਵਿਆਜ ਦਰਾਂ ਥੱਲੇ ਲਿਆਉਣ ਬਾਰੇ ਸੋਚ ਸਕਦੇ ਆ, ਪਰ ਜਦੋਂ ਹੁਣ ਉਹ ਨਹੀਂ ਥੱਲੇ ਆ ਰਹੀਆਂ, ਮਹਿੰਗਾਈ ਦੂਜੇ ਪਾਸੇ ਨੂੰ ਜਾਣੀ ਸ਼ੁਰੂ ਹੋ ਗਈ ਹੈ, ਤੇ ਫਿਰ ਗੱਲਬਾਤ ਥੋੜ੍ਹੀ ਜਿਹੀ ਹੋਰ ਗੜਬੜ ਜਿਹੜੀ ਇਕਨੋਮਿਕ, ਜਿਹੜੀ ਆਰਥਿਕ ਸੰਕਟ ਪੈਦਾ ਹੋ ਸਕਦਾ ਆ। ਇਹ ਇੱਕ ਜਿਹਨੂੰ ਰਿਸੈਸ਼ਨ ਵੀ ਕਹਿੰਦੇ ਆ, ਜਾਂ ਰਿਸੈਸ਼ਨ ਤੋਂ ਪਹਿਲਾਂ ਲੋਕਾਂ ਦੀ ਹਾਲਤ ਮਾੜੀ ਹੋ ਸਕਦੀ ਆ। ਇਹ ਇੱਕ ਚਿੰਤਾ ਵਾਲੀ ਗੱਲ ਇਸ ਵੱਧਦੀ ਮਹਿੰਗਾਈ ਨੇ ਜ਼ਰੂਰ ਦੱਸੀ ਹੈ। ਮਹਿੰਗਾਈ ਇੰਨੀ ਜ਼ਿਆਦਾ ਨਹੀਂ ਵਧੀ ਅਪ੍ਰੈਲ ਦੇ ਵਿੱਚ, ਪਰ ਪਹਿਲਾਂ ਘਟਦੀ ਸੀ, ਹੁਣ ਵਧਣ ਲੱਗ ਪਈ ਹੈ। ਤੇ ਗੱਲ ਚਿੰਤਾ ਵਾਲੀ ਇਹ ਹੈ ਵੀ ਕਿਤੇ ਇਹ ਹੋਰ ਰਸਤੇ ਹੀ ਨਾ ਖੇਡ ਸਾਰੀ ਤੁਰ ਪਵੇ। ਅਗਲੀ ਗੱਲਬਾਤ ਆਪਾਂ ਕਰਨੀ ਹੈ ਇਸ ਵੇਲੇ ਕਿ ਜਿਹੜੀ ਹੀਟ ਵੇਵ ਆ ਇਸ ਵੇਲੇ ਪੂਰੀ ਤਰ੍ਹਾਂ BC ਦੇ ਵਿੱਚ ਚੱਲ ਰਹੀ ਹੈ। BC ਦੇ ਨਾਲ ਲੱਗਦਾ ਸੂਬਾ ਅਲਬਰਟਾ, ਉੱਥੇ ਵੀ ਐਤਵਾਰ ਸੋਮਵਾਰ ਦੋਵੇਂ ਦਿਨ ਕਾਫੀ ਜਿਹੜੀ ਬੁਰੀ ਹਾਲਤ ਰਹੀ ਆ। ਅੱਜ ਮੰਗਲਵਾਰ ਨੂੰ ਵੀ ਕਾਫੀ ਚਿੰਤਾ ਵਾਲੀ ਗੱਲ ਰਹੀ ਹੈ। ਕਈ ਥਾਵਾਂ ਦੇ ਉੱਤੇ ਜਿਹੜੇ ਵਾਰਨਿੰਗਸ ਇਸ਼ੂ ਕੀਤੀਆਂ ਗਈਆਂ। ਇਹ ਅਨਸੀਜ਼ਨਲ ਹੌਟ ਵੈਦਰ ਆ, ਇੰਨੀ ਗਰਮੀ ਪੈਣੀ ਨਹੀਂ ਚਾਹੀਦੀ ਹੁੰਦੀ ਮਈ ਦੇ ਵਿੱਚ ਜਿੰਨੀ ਪੈ ਰਹੀ ਆ। ਟੈਂਪਰੇਚਰ 10 ਤੋਂ 15 ਡਿਗਰੀ ਨਾਰਮਲ ਤੋਂ ਉੱਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਔਰ ਕਮਿਊਨਿਟੀ ਦੇ ਵਿੱਚ ਰਿਕਾਰਡ ਟੁੱਟੇ ਆ, 30 ਰਿਕਾਰਡ ਟੁੱਟੇ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਕੈਸਕਰੀਚ, ਹੋਪ, ਲਿਲਿਓਟ, ਐਤਵਾਰ ਨੂੰ ਰਿਕਾਰਡ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ, ਇੱਥੇ ਟੁੱਟ ਗਿਆ। ਟੈਂਪਰੇਚਰ ਲਿਟਨ ਦੇ ਵਿੱਚ ਦੋਵੇਂ ਦਿਨ ਹੀ 36.5 ਡਿਗਰੀ ਰਿਹਾ, ਐਤਵਾਰ ਨੂੰ ਵੀ ਤੇ ਸੋਮਵਾਰ ਨੂੰ ਵੀ। ਇਹ ਹਾਈਐਸਟ ਆ ਦੇਸ਼ ਦੇ ਵਿੱਚ, 36.5 ਡਿਗਰੀ। ਜਿਹੜਾ ਉੱਤਰੀ ਹਿੱਸਾ ਬ੍ਰਿਟਿਸ਼ ਕੋਲੰਬੀਆ ਦਾ, ਉਹਦੇ ਵਿੱਚ ਹੀਟ ਹਜੇ ਵੀ ਨਹੀਂ ਕਰ ਰਹੀ। ਬਰਨ ਲੇਕ ਦੇ ਵਿੱਚ 31.9 ਡਿਗਰੀ ਤਾਪਮਾਨ ਰਿਹਾ। ਕੱਲ੍ਹ ਪਹਿਲਾ ਰਿਕਾਰਡ ਉਹਨਾਂ ਦਾ 25.6 ਦਾ ਸੀ, ਉਹ ਟੁੱਟਿਆ 1959 ਦਾ। ਬੈਲਾ ਦੇ ਵਿੱਚ 31.1 ਰਿਹਾ, 5 ਡਿਗਰੀ ਜ਼ਿਆਦਾ 2014 ਦੇ ਨਾਲੋਂ। ਵੈਨਕੂਵਰ ਆਈਲੈਂਡ ਦੇ ਉੱਤੇ, ਕੋਮਕਸ ਦੇ ਉੱਤੇ ਜਿਹੜਾ 30.1 ਡਿਗਰੀ ਸੈਂਟੀਗ੍ਰੇਡ ਸੋਮਵਾਰ ਨੂੰ ਤਾਪਮਾਨ ਸੀਗਾ, ਤੇ ਪਹਿਲਾਂ ਇੱਥੇ 26.5 ਤੋਂ ਨਹੀਂ ਵਧਿਆ 2006 ਦੇ ਵਿੱਚ। ਅਲਬਰਟਾ ਦੇ ਵਿੱਚ ਵੀ ਤਾਪਮਾਨ ਦੇ ਵਿੱਚ ਕਾਫੀ ਵਾਧਾ ਆ। ਡੇਲੀ ਰਿਕਾਰਡ ਉੱਥੇ ਕਈ ਟੁੱਟੇ, ਐਡਮਿੰਟਨ, ਫਿਰ ਐਡਸਨ, ਹਿੰਟਨ, ਜੈਸਪਰ, ਇਹਨਾਂ ਥਾਵਾਂ ਦੇ ਉੱਤੇ 30 ਡਿਗਰੀ ਦੇ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ 30 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਰਿਹਾ। ਫੋਰਟ ਮੈਕਮਰੀ, ਜਿੱਥੇ ਕਿ ਆਮ ਤੌਰ ਦੇ ਉੱਤੇ ਬਹੁਤ ਠੰਡ ਪੈਂਦੀ ਆ, ਸੋਮਵਾਰ ਨੂੰ ਉੱਥੇ ਸਭ ਤੋਂ ਜ਼ਿਆਦਾ ਗਰਮੀ ਪਈ, 31.3 ਡਿਗਰੀ ਤਾਪਮਾਨ ਉੱਥੇ ਸੀ। ਪਹਿਲਾਂ 27.8 1959 'ਚ ਹੋਇਆ ਸੀ ਇੱਕ ਵਾਰੀ ਉੱਥੇ ਇੰਨੀ ਗਰਮੀ ਪਈ ਸੀ, ਉਹ ਵੀ 27.8, ਤੇ ਹੁਣ ਉੱਥੇ 31.3 ਦੇ ਉੱਤੇ ਪਹੁੰਚ ਚੁੱਕਿਆ ਸੀ। ਜਿੰਨੇ ਇਹ ਤਾਪਮਾਨ ਦੇ ਰਿਕਾਰਡ ਟੁੱਟ ਰਹੇ ਆ, ਇਹ ਚੰਗੀ ਗੱਲ ਨਹੀਂ ਆ। ਜਿਹੜੀ ਇਹ ਬਿਨਾਂ ਗੱਲ ਤੋਂ ਗਰਮੀ ਪੈ ਰਹੀ ਆ, ਇਹਦੇ ਨਾਲ ਵਾਤਾਵਰਨ ਬਦਲ ਰਿਹਾ, ਇਹ ਸਾਰਾ ਕੁਝ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਨੁਕਸਾਨ ਹੋ ਸਕਦਾ। ਜਿਹੜਾ ਸਾਨੂੰ ਜਿਹੜੀ ਆਊਟ ਆਫ ਸੀਜ਼ਨ ਹੀਟ ਵੇ ਆ, ਵੀ ਜੂਨ ਦੇ ਵਿੱਚ ਜਾ ਕੇ ਕਿਤੇ ਗਰਮੀ ਪੈਂਦੀ ਤਾਂ ਮੰਨੀ ਜਾ ਸਕਦੀ ਹੈ। ਜਦੋਂ ਗਰਮੀਆਂ ਹੁੰਦੀਆਂ ਆ, ਉਹ ਤੋਂ ਪਹਿਲਾਂ ਹੀ ਜਿਹੜੀ ਗਰਮੀ ਪੈਣੀ, ਇੱਕ ਹੀਟ ਡੋਮ ਜਿਹਾ ਬਣ ਜਾਣਾ। ਕਿਹਾ ਤਾਂ ਜਾ ਰਿਹਾ ਵੀ ਇਹ ਹੀਟ ਡੋਮ ਨਹੀਂ ਆ, 2021 ਦੇ ਹੀਟ ਡੋਮ ਵਰਗਾ ਨਹੀਂ ਆ। ਮਤਲਬ ਇਹ ਡਰੇ ਕਿਉਂ ਪਏ ਆ ਸਾਰੇ? ਗਰਮੀ ਕੋਈ ਐਡੀ ਜ਼ਿਆਦਾ ਨਹੀਂ ਆ, ਲੋਕ ਅੰਦਰਾਂ ਦੇ ਵਿੱਚ ਰਹਿੰਦੇ ਆ, AC ਲੱਗੇ ਕਾਰਾਂ 'ਚ ਸਾਰੀਆਂ ਥਾਵਾਂ ਦੇ ਉੱਤੇ, ਪਰ ਬਾਵਜੂਦ ਇਹ ਸਾਰੇ ਕੁਛ ਦੇ 2021 ਦੇ ਵਿੱਚ 600 ਬੰਦਾ ਮਾਰਿਆ ਗਿਆ ਸੀ ਸਿਰਫ ਇਸ ਗਰਮੀ ਦੇ ਨਾਲ ਹੀ, ਬਾਵਜੂਦ ਇਹ ਸਾਰੀਆਂ ਸਹੂਲਤਾਂ ਹੋਣ ਦੇ। ਤੇ ਡਰ ਇਹ ਆ ਵੀ ਕਿਤੇ
ਇੱਕ ਵਾਰੀ ਇਹ ਸ਼ੁਰੂ ਹੋ ਗਈ ਤੇ ਐਤਕੀ ਵੀ ਉਸੇ ਤਰ੍ਹਾਂ ਦੀ ਗੱਲਬਾਤ ਨਾ ਹੋਵੇ। ਇਹ ਮੰਨਿਆ ਜਾ ਰਿਹਾ ਕਿ ਡੋਮ ਕਈ ਵਾਰੀ ਉਹ ਕਹਿੰਦੇ ਵੀ ਇਹ ਡੋਮ ਬਣ ਨਹੀਂ ਸਕਦਾ, ਹੀਟ ਡੋਮ ਮਤਲਬ ਇੱਕ ਗੁੰਬਦ ਜਾਂ ਪੂਰਾ ਇੱਕ ਗਰਮੀ ਦੀ ਤਹਿ ਜੀ ਧਰਤੀ ਦੇ ਆਲੇ ਦੁਆਲੇ ਇਕੱਠੀ ਹੋ ਜਾਂਦੀ ਹੈ। ਮਾਹਰ ਇਹ ਕਹਿੰਦੇ ਜਿਹੜੇ ਸਾਇੰਟਿਸਟ ਆ ਵੀ ਇਹ ਤਾਂ 1000 ਸਾਲ 'ਚ ਕਿਤੇ ਇੱਕ ਵਾਰੀ ਹੁੰਦਾ, ਜੋ ਕੁਛ 21 ਦੇ ਵਿੱਚ ਹੋਇਆ ਸੀ ਵੀ ਹੁਣ ਨਹੀਂ ਹੋਣ ਲੱਗਿਆ। ਪਰ ਮਈ ਦੇ ਵਿੱਚ ਹੀ ਇੰਨੀ ਗਰਮੀ ਪਈ ਜਾਂਦੀ ਹੈ ਤੇ ਇਹ ਲੱਗਦਾ ਵੀ ਇਹ ਹੁਣ ਬਾਰ-ਬਾਰ ਹੋਊਗਾ। ਜਿਹੜੀ ਇੰਨੀ ਗਰਮੀ ਪੈਂਦੀ ਸੀ ਕਦੇ 1000 ਸਾਲ ਦੇ ਵਿੱਚ ਇੱਕ ਦਿਨ ਮੰਨਦੇ ਸੀ, ਹੁਣ ਇਹ ਬਾਰ-ਬਾਰ ਚੀਜ਼ਾਂ ਵਾਪਰਨਗੀਆਂ। ਸੋ ਹੁਣ ਟੈਂਪਰੇਚਰ ਜਿਹੜਾ ਆ ਕਈ ਥਾਵਾਂ ਦੇ ਉੱਤੇ ਲਿਟਨ ਦੇ ਵਿੱਚ ਜਿੰਨਾ ਜ਼ਿਆਦਾ ਉਸ ਵੇਲੇ ਸੀਗਾ, ਵਾਈਲਡ ਫਾਇਰ ਸੀਗੀ, 21 ਦੇ ਵਿੱਚ ਹੀਟ ਡੋਮ ਬਣ ਗਿਆ। ਤੇ ਕੈਨੇਡਾ ਦੇ ਵਿੱਚ ਕਦੇ ਮਤਲਬ 49.5 ਡਿਗਰੀ ਤਾਪਮਾਨ ਨਹੀਂ ਸੀ ਹੋਇਆ, ਜਿਹੜਾ 2021 ਦੇ ਵਿੱਚ ਇੱਥੇ ਆਪਣੇ ਨੇੜੇ ਲਿਟਨ ਦੇ ਵਿੱਚ ਹੋ ਗਿਆ ਸੀ 49.5 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ। ਤੇ ਅੱਗ ਲੱਗ ਗਈ, ਉਹ ਸਾਰਾ ਪਿੰਡ ਹੀ ਤਬਾਹ ਹੋ ਗਿਆ ਸੀ ਜਿਹੜਾ ਟਾਊਨ ਸੀਗਾ। ਤੁਹਾਨੂੰ ਸਾਰਿਆਂ ਨੂੰ ਉਸ ਗੱਲ ਦਾ ਪਤਾ ਆ। ਦੂਜਾ ਇਸ ਵੇਲੇ ਜਿਹੜੀ ਵਾਈਲਡ ਫਾਇਰ ਲੱਗੀ ਹੈ ਉਹਨੇ ਉੱਤੋਂ ਜ਼ਿਆਦਾ ਨੁਕਸਾਨ ਕੀਤਾ ਹੈ ਸਾਡੇ ਈਕੋਸਿਸਟਮ ਦੇ ਵਿੱਚ। ਜਿੱਥੇ ਧੂੰਆਂ ਆ ਉੱਤੋਂ ਗਰਮੀ ਪੈ ਰਹੀ ਆ, ਉਹ ਸਾਰਾ ਕੁਛ ਜਿਹੜਾ ਇੱਕ ਗਰਮੀ ਦੀ ਤਹਿ ਜੀ ਬਣੀ ਆ। ਤੇ ਖਾਸ ਤੌਰ ਦੇ ਉੱਤੇ ਫਿਰ ਉਹਦੇ ਨਾਲ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ ਜਿਹੜੇ ਲੋਕ। ਤੇ ਇਹ ਵੀ ਕਿਹਾ ਗਿਆ ਮਾਹਰਾਂ ਨੇ ਵੀ ਥੋੜ੍ਹਾ ਜਿਹਾ ਖਿਆਲ ਰੱਖੋ ਆਪਣਾ, ਕਿਤੇ ਬਾਹਰ ਜਾਂਦੇ ਆ ਕੋਈ ਐਕਟੀਵਿਟੀ ਕਰਦੇ ਆ ਉੱਥੇ ਥੋੜ੍ਹਾ ਜਿਹਾ ਖਿਆਲ ਰੱਖੋ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਦਿੱਕਤ ਆ ਜਾਂ ਬਜ਼ੁਰਗ ਆ, ਇਹ ਇੱਕਦਮ ਹੀ ਕੁਛ ਹੋ ਜਾਂਦਾ। ਤੁਹਾਨੂੰ ਪਾਣੀ ਪੀਣਾ ਚਾਹੀਦਾ ਤੇ ਬਚਾਅ ਰੱਖਣਾ ਚਾਹੀਦਾ। ਦੂਜਾ ਇਹ ਹੈ ਕਿ ਵਾਰਨਿੰਗ ਇਹ ਵੀ ਇਸ਼ੂ ਕੀਤੀ ਗਈ ਹੈ BC ਦੇ ਨਾਰਥ ਕੋਸਟ ਦੇ ਵਿੱਚ, ਜਿੱਥੇ ਕਿਟੀਮੈਟ ਆ, ਟ੍ਰੇਸੀ ਆ, ਜਾਂ ਉੱਥੇ ਹਾਈ ਟੈਂਪਰੇਚਰ ਦੀਆਂ ਪਹਿਲਾਂ ਹੀ ਦੱਸਿਆ ਗਿਆ। ਇਹਨਾਂ ਨੇ ਇਨਵਾਇਰਨਮੈਂਟ ਕੈਨੇਡਾ ਨੇ ਵੀ ਦੱਸਿਆ ਕਿ ਜਿਹੜੀ ਇੱਕ ਖਾਸ ਲੈਵਲ ਦੇ ਉੱਤੇ BC ਦੇ ਵਿੱਚ ਲਗਾਤਾਰ ਜਿਹੜੀ ਆ ਇਹ 30 ਡਿਗਰੀ ਤੱਕ ਤਾਪਮਾਨ ਰਹਿਣ ਦੀ ਸੰਭਾਵਨਾ ਆ। ਤੇ ਇਹਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਦੇਖ ਕੇ ਚੱਲਣਾ ਚਾਹੀਦਾ। ਤੇ ਸਾਡੇ ਕੋਲ ਮਤਲਬ ਜਿਹੜੇ ਮਾਹਰ ਕਹਿ ਰਹੇ ਵੀ 10 ਤੋਂ 15 ਡਿਗਰੀ ਐਵਰੇਜ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਚਾਹੀਦਾ। ਇਹ ਮਤਲਬ ਪਰ ਹੋਊਗਾ ਜ਼ਿਆਦਾ ਫਰੀਕੁਐਂਟਲੀ, ਜਿੰਨਾ ਪਹਿਲਾਂ ਹੁੰਦਾ ਸੀ ਉਹਦੇ ਤੋਂ ਜ਼ਿਆਦਾ ਫਰੀਕੁਐਂਟਲੀ ਹੋਊਗਾ। ਜਿਹੜੇ ਵੈਨਕੂਵਰ, ਕੈਲਗਰੀ, ਐਡਮਿੰਟਨ, ਜਿੱਥੇ ਇਨਫਰਾਸਟਰਕਚਰ ਜਿਹੜਾ ਕੰਕਰੀਟ ਦਾ ਆ, ਜਾਂ ਉਹ ਜ਼ਿਆਦਾ ਇਹਨੂੰ ਹੀਟ ਨੂੰ ਅਬਜ਼ੋਰਬ ਕਰਦੇ ਆ। ਤੇ ਜਾਂ ਜਿੱਥੇ ਨੈਚੁਰਲ ਲੈਂਡਸਕੇਪ ਹੈਗਾ ਆ, ਜਿੱਥੇ ਹੁਣ ਉਹ ਗਰਮੀ ਪੈਣ ਦੇ ਨਾਲ ਬਰਫ਼ ਪਿਘਲ ਗਈ ਪਹਾੜਾਂ ਦੇ ਉੱਤੋਂ, ਉਹਦੇ ਨਾਲ ਹੜ੍ਹ ਆਏ ਆ, ਉੱਥੋਂ ਜਿਹੜੇ ਬੋਨਾਪਾਰਟ ਰਿਵਰ ਆ ਉਹਦੇ ਨੇੜੇ ਤੇੜੇ ਉੱਥੋਂ ਸਾਰਾ ਜਿਹੜਾ ਇਹ ਪਾਣੀ ਆ ਉਹਨੂੰ ਪੰਪ ਆਊਟ ਕੀਤਾ ਜਾ ਰਿਹਾ। ਤੇ ਹੀਟ ਵੇਵ ਦੇ ਨਾਲ ਇਹ ਨੈਚੁਰਲ ਡਿਜ਼ਾਸਟਰ ਵੀ ਇਹਨੂੰ ਮੰਨਿਆ ਜਾਂਦਾ ਆ। ਤੇ ਇਹਦੇ ਉੱਤੇ ਹੁਣ ਮਤਲਬ ਸਲਾਹ ਦਿੱਤੀ ਗਈ ਆ ਵੀ ਇਸ ਹੀਟ ਵੇਵ ਤੋਂ ਬਚਿਆ ਜਾਵੇ। ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ, ਖਾਸ ਕਰਕੇ ਉੱਤੇ ਕਈ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਸ ਐਕਸਟ੍ਰੀਮ ਹੀਟ ਤੋਂ ਮਤਲਬ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਬਚਾਉਣ ਦੇ ਲਈ ਕੰਮ ਕਰ ਰਹੀਆਂ, ਕਿ ਜਿਹੜੇ ਸੀਨੀਅਰਸ ਨੇ ਸਾਡੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾਵੇ, ਉਹਨਾਂ ਦੀ ਹੈਲਪ ਕੀਤੀ ਜਾਵੇ। ਕਈ ਪ੍ਰੋਗਰਾਮ ਨੇ ਜਿਹਦੇ ਤਹਿਤ ਮੈਟਰੋ ਵੈਨਕੂਵਰ ਦੇ ਇਲਾਕਿਆਂ ਦੇ ਵਿੱਚ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਇਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ। ਆਪਣੇ ਆਪ ਆਰਗੇਨਾਈਜੇਸ਼ਨ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦਾ ਲੋਕਾਂ ਦਾ ਬਚਾਅ ਕੀਤਾ ਜਾਵੇ, ਤਾਂ ਕਿ ਹੀਟ ਵੇਵ ਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਨਾ ਹੋ ਸਕੇ, ਖਾਸ ਕਰ ਸਾਡੇ ਬਜ਼ੁਰਗਾਂ ਨੂੰ। ਅਗਲੀ ਗੱਲਬਾਤ, ਇੱਕ ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਨੇ ਚਿੱਠੀ ਲਿਖੀ ਆ। ਚਿੱਠੀ ਉਹਨਾਂ ਨੇ ਇਹ ਲਿਖੀ ਆ ਵੀ ਹਸਪਤਾਲਾਂ ਦਾ ਹਾਲਤ ਮਾੜਾ ਹੀ ਆ। 12 ਦੇ ਕਰੀਬ ਡਾਕਟਰ ਨੇ ਜਿਹੜੇ ਐਮਰਜੈਂਸੀ ਰੂਮ ਦੇ ਵਿੱਚ ਕੰਮ ਕਰਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਇਹਨਾਂ ਨੇ ਇੱਕ ਚਿੱਠੀ ਲਿਖ ਕੇ ਇਹਨੂੰ ਇੱਕ ਕ੍ਰਾਈਸਿਸ ਦੱਸਿਆ, ਸੰਕਟ ਦੱਸਿਆ ਡਿਪਾਰਟਮੈਂਟ ਦੇ ਵਿੱਚ। ਤੇ ਜਿਹੜੀਆਂ ਲੋਕਲ ਹੈਲਥ ਅਥਾਰਟੀ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਇਹ ਚਾਹੁੰਦੇ ਅਸੀਂ ਲੋਕਾਂ ਦੇ ਨਾਲ ਗੱਲ ਨਾ ਕਰੀਏ। ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਜਿੰਨੀ ਮਾੜੀ ਹਾਲਤ ਆ, ਡਾਕਟਰ ਕਹਿੰਦੇ ਇਸ ਦੱਸਣ ਵਾਲੀ ਨਹੀਂ ਆ। ਤੇ ਹਾਲਤ ਦੇ ਨਾਲ ਮਰੀਜ਼ਾਂ ਦੀ ਹਾਲਤ ਬੁਰੀ ਹੋ ਰਹੀ, ਕਈਆਂ ਦੀ ਮੌਤ ਵੀ ਹੋ ਰਹੀ ਆ। ਤੇ ਜਿਹੜੀਆਂ ਅਥਾਰਟੀਜ਼ ਨੇ, ਜਿਹੜੇ ਅਧਿਕਾਰੀ ਨੇ, ਜਿਹੜੇ ਹੈਲਥ ਅਥਾਰਟੀਜ਼ ਨੇ, ਉਹ ਡਾਕਟਰਾਂ ਨੂੰ ਰੋਕਦੀਆਂ ਵੀ ਗੱਲ ਬਾਹਰ ਨਾ ਕੱਢੋ, ਪਬਲਿਕ ਤੱਕ ਦੱਸੋ ਨਾ। ਇਹ ਡਾਕਟਰਾਂ ਨੂੰ ਇਕੱਠੇ ਹੋ ਕੇ ਸਾਹਮਣੇ ਆ ਗਏ। ਉਹ ਕਹਿੰਦੇ ਸਾਨੂੰ ਲੱਗਦਾ ਵੀ ਲੋਕਾਂ ਨੂੰ ਸੱਚਾਈ ਪਤਾ ਲੱਗਣੀ ਚਾਹੀਦੀ ਆ। ਮੈਡੀਕਲ ਪ੍ਰੋਫੈਸ਼ਨਲ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਉਹ ਕਹਿੰਦੇ ਸਾਡੇ ਲਈ ਬੋਲਣਾ ਹੁਣ ਜ਼ਰੂਰੀ ਹੋ ਗਿਆ, ਭਾਵੇਂ ਕਿ ਅਸੀਂ ਉਹ ਜਿਹੜਾ ਪ੍ਰੋਟੋਕੋਲ ਆ, ਉਹਨਾਂ ਦੇ ਨਿਯਮ ਨੇ, ਉਹਦੇ ਤੋਂ ਬਾਹਰ ਜਾ ਕੇ ਗੱਲ ਕਰ ਰਹੇ ਹਾਂ। ਕਿਉਂਕਿ ਜਿਹੜੇ ਹੈਲਥ ਕੇਅਰ ਲੀਡਰਸ ਨੇ ਉਹ ਇਸ ਵੇਲੇ ਪਾਰਦਰਸ਼ਤਾ ਨਹੀਂ ਦੱਸ ਰਹੇ ਲੋਕਾਂ ਨੂੰ, ਗੱਲ ਸਾਫ਼ ਨਹੀਂ ਦੱਸ ਰਹੇ, ਕਿਉਂਕਿ ਇੱਥੇ ਕੋਈ ਬੰਦੇ ਹੀ ਹੈ ਨਹੀਂ ਕੰਮ ਕਰਨ ਵਾਲੇ, ਸਟਾਫ ਹੀ ਹੈ ਨਹੀਂ। 35 ਐਮਰਜੈਂਸੀ ਫਿਜ਼ੀਸ਼ੀਅਨ ਹਸਪਤਾਲ ਦੇ ਵਿੱਚ ਉਹਨਾਂ ਨੇ ਇੱਕ ਪੇਜ ਲੰਬੀ ਲੈਟਰ ਲਿਖੀ ਆ ਤੇ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਆ। ਉਹ ਇਹ ਕਹਿੰਦੇ ਆ ਕਿ ਮਰੀਜ਼ਾਂ ਦੀ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਹਾਲਤ ਮਾੜੀ। ਡਾਕਟਰ ਕਹਿ ਰਹੇ ਆ ਉੱਥੇ ਦੇ ਵੀ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਸਫਰ ਕਰ ਰਹੇ ਆ ਤੇ ਹਾਲਵੇ ਦੇ ਵਿੱਚ ਹੀ ਮੌਤਾਂ ਵੀ ਹੋ ਰਹੀਆਂ ਕਈ ਹਾਲਤਾਂ ਦੇ ਵਿੱਚ। ਤਾਂ ਵੀ ਅੰਦਰ ਲਿਜਾਣ ਲਈ ਬੈੱਡ ਹੀ ਹੈ ਨਹੀਂ ਉਹਨਾਂ ਨੂੰ, ਜਿੱਥੇ ਅੰਦਰ ਲੈ ਕੇ ਲਾਉਣ ਦੇ ਲਈ ਰੂਮ ਦੇ ਵਿੱਚ ਜਿਹੜਾ ਰਸਤਾ ਹੁੰਦਾ ਹਾਲਵੇ ਦੇ ਵਿੱਚ, ਉਹਦੇ 'ਚ ਇਹਨਾਂ ਨੇ ਬੈੱਡ ਲਾਏ ਆ। ਹਾਲਾਂਕਿ ਹੁਣ ਕੋਈ ਪੈਂਡੈਮਿਕ ਨਹੀਂ ਆ, ਕੋਈ ਕਰੋਨਾ ਨਹੀਂ ਆ, ਕੁਛ ਨਹੀਂ। ਲਗਾਤਾਰ ਉਹ ਕਹਿੰਦੇ ਅਸੀਂ ਅਲਾਰਮ ਇਹ ਦੱਸਦੇ ਰਹੇ ਹਾਂ,
ਆਪਣੇ ਰੀਜਨਲ ਲੋਕਲ ਜਿਹੜੀਆਂ ਹੈਲਥ ਅਥਾਰਟੀਜ਼ ਉਹਨਾਂ ਨੂੰ ਵੀ ਤੇ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਲੀਡਰ ਆ ਉਹਨਾਂ ਨੂੰ ਵੀ, ਪਰ ਉਹਨਾਂ ਨੇ ਇਗਨੋਰ ਕੀਤਾ। ਉਹ ਕਹਿੰਦੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ। ਆ ਸ਼ੁੱਕਰਵਾਰ ਨੂੰ ਉਹਨਾਂ ਨੇ ਇੱਕ ਲੈਟਰ ਜਿਹੜੀ ਜਾਰੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹ ਬਹੁਤ ਪੂਅਰਲੀ ਮੈਨੇਜ ਕੀਤੇ, ਵੀ ਕਮਿਊਨੀਕੇਸ਼ਨ ਹੈ ਨਹੀਂ ਪਬਲਿਕ ਦੇ ਨਾਲ। ਪੇਸ਼ੈਂਟ ਤੇ ਪਬਲਿਕ ਉਹਨਾਂ ਨੂੰ ਕਹਿੰਦੇ ਮਤਲਬ ਜਿਹੜੀ ਓਨੈਸਟੀ ਹੋਣੀ ਚਾਹੀਦੀ, ਦੱਸਣਾ ਚਾਹੀਦਾ। ਜਿਹੜੇ ਈਆਰ ਫਿਜ਼ੀਸ਼ੀਅਨਸ ਆ ਉਹਨਾਂ ਨੂੰ ਬਾਰ-ਬਾਰ ਕਿਹਾ ਗਿਆ ਕਿ ਤੁਸੀਂ ਇਹਨੂੰ ਓਪਨਲੀ ਪਬਲਿਕ ਦੇ ਵਿੱਚ ਡਿਸਕਸ ਨਾ ਕਰੋ। ਹਸਪਤਾਲ ਦੀ ਜਿਹੜੀ ਅੰਦਰਲੀ ਗੱਲ ਹੈ ਇਹਨੂੰ ਅੰਦਰ ਹੀ ਰਹਿਣ ਦਿਓ, ਬਾਹਰ ਲੋਕਾਂ ਦੇ ਨਾਲ ਨਾ ਕਰੋ। ਉਹਨਾਂ ਜਿਹੜੇ ਡਾਕਟਰ ਸੀ ਇਹਨਾਂ ਦੀ ਆਇਡੈਂਟੀਫਿਕੇਸ਼ਨ ਤਾਂ ਨਹੀਂ ਦੱਸੀ ਉਹਨਾਂ ਦੀ, ਪਰ ਉਹ ਲੈਟਰ ਦੇ ਵਿੱਚ ਉਹਨਾਂ ਨੇ ਸਿੱਧਾ ਦੱਸਿਆ ਵੀ ਬਹੁਤ ਡਰਾਉਣੀ ਹਾਲਤ ਆ ਇਸ ਵੇਲੇ। ਜਿਹੜੇ ਅਸੀਂ ਜਿੱਥੇ ਕੰਮ ਦੇ ਉੱਤੇ ਜਾ ਰਹੇ ਹਾਂ, ਉਹ ਕਹਿੰਦੇ ਉਹ ਕੰਮ ਦੇ ਉੱਤੇ ਮਤਲਬ ਪੂਰਾ ਹੈ ਹੀ ਨਹੀਂ ਕੰਮ ਉੱਥੇ। ਜਿਹੜੇ ਪੇਸ਼ੈਂਟ ਹੈਗੇ ਆ ਉਹ ਆਉਂਦੇ ਆ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ, ਤੇ ਜਦੋਂ ਕੋਈ ਬੰਦਾ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਉੱਥੇ ਜਾ ਕੇ ਦੇਖਦਾ ਕਿ ਹਾਲਵੇ ਦੇ ਵਿੱਚ ਇੰਨੇ ਮਰੀਜ਼ ਆ, ਕੋਰੀਡੋਰ ਦੇ ਵਿੱਚ ਇੰਨੇ ਮਰੀਜ਼ ਆ, ਕਿਤੇ ਕੁਦਰਤੀ ਤੌਰ ਤੇ ਕਹਿੰਦੇ ਉਹਨੂੰ ਇਹ ਆਉਂਦਾ ਵੀ ਇਹ ਐਮਰਜੈਂਸੀ ਡਿਪਾਰਟਮੈਂਟ ਹੈਗਾ। ਅਸਲ 'ਚ ਐਮਰਜੈਂਸੀ ਡਿਪਾਰਟਮੈਂਟ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ। ਐਮਰਜੈਂਸੀ ਡਿਪਾਰਟਮੈਂਟ ਫੇਲ ਹੋ ਰਿਹਾ ਇਸ ਵੇਲੇ। ਹੁਣ ਫੇਲਰ ਇਸ ਕਰਕੇ ਨਹੀਂ ਹੈ ਕਿ ਤੁਹਾਡੀ ਜਿਹੜੇ ਫਰੰਟ ਲਾਈਨ ਐਮਰਜੈਂਸੀ ਫਿਜ਼ੀਸ਼ੀਅਨਸ ਨੇ, ਡਾਕਟਰ ਨੇ ਜਾਂ ਹੋਰ ਸਟਾਫ ਆ, ਐਕਚੁਅਲੀ ਉਹ ਕਹਿੰਦੇ ਸਿਸਟਮ ਜਿਹੜਾ ਫੇਲ ਹੋ ਰਿਹਾ ਤੁਹਾਡੇ ਐਮਰਜੈਂਸੀ ਪ੍ਰੋਵਾਈਡਰਸ ਨੇ, ਜਿਹੜੇ ਜਿਨ੍ਹਾਂ ਦੇ ਕੋਲ ਰਿਸੋਰਸਿਸ ਹੀ ਹੈ ਨਹੀਂ ਦੇਣ ਦੇ ਲਈ, ਅਪਰੋਪਰੀਏਟ ਕੇਅਰ ਹੀ ਹੈ ਨਹੀਂ, ਉਹ ਤੁਹਾਨੂੰ ਸਹੂਲਤਾਂ ਹੀ ਨਹੀਂ ਦੇ ਰਹੇ, ਤੇ ਡਾਕਟਰ ਉੱਥੇ ਕੀ ਕਰਨਗੇ। ਉਹਨਾਂ ਨੇ ਇਹਦੇ ਵਿੱਚ ਕਈ ਇਸ਼ੂ ਜਿਹੜੇ ਚੱਕੇ ਆ। 3 ਗੱਲਾਂ ਇਹਨਾਂ ਨੇ ਖਾਸ ਤੌਰ ਦੇ ਉੱਤੇ ਡਾਕਟਰਾਂ ਨੇ ਕਹੀਆਂ। ਉਹ ਕਹਿੰਦੇ ਇੱਕ ਵੱਡੀ ਸਮੱਸਿਆ ਇਹ ਆ ਵੀ ਅਕਿਊਟ ਕੇਅਰ ਬੈੱਡ ਇੱਥੇ ਹੈ ਨਹੀਂ। ਮਤਲਬ ਕੀ ਆ ਕਿ ਜਿਹੜਾ ਮਰੀਜ਼ ਜਿਹੜਾ ਪਹਿਲਾਂ ਐਡਮਿਟ ਹੋ ਗਿਆ ਤੇ ਉਹ ਰੂਮ ਰਿਜ਼ਰਵ ਕਰ ਲੈਂਦਾ ਆ, ਮਤਲਬ ਰੋਕ ਲੈਂਦਾ ਆ ਕਿਉਂਕਿ ਇਨਕਮਿੰਗ ਐਮਰਜੈਂਸੀਜ਼ ਦੇ ਲਈ। ਬੈੱਡ ਬਲੌਕ ਜਿਹੜਾ ਆ ਉਹ ਫਿਰ ਇਹਨਾਂ ਨੂੰ ਮਤਲਬ ਫੋਰਸ ਕਰਦਾ ਆ ਕਿ ਜਿਹੜੇ ਹਾਰਟ ਅਟੈਕ, ਦੂਜਾ ਟਰਾਮਾ, ਮਿਸਕੈਰੇਜਸ ਨੇ, ਹੋਰ ਕੇਅਰਸ ਹੈਗੀਆਂ, ਉਹਨਾਂ ਨੂੰ ਹਾਲਵੇ ਦੇ ਵਿੱਚ ਟ੍ਰੀਟ ਕੀਤਾ ਜਾਵੇ। ਮਰੀਜ਼ ਦਾਖਲ ਹੋ ਗਿਆ ਤਾਂ ਦੂਜੇ ਪਾਸੇ ਪਿਆ ਆ। ਹੁਣ ਉੱਥੇ ਮਰੀਜ਼ ਹੈਗਾ, ਮੋਰੇ ਅਕਿਊਟ ਕੇਅਰ ਬੈੱਡਸ ਹੈ ਨਹੀਂ, ਤੇ ਜਿਹੜਾ ਨਵਾਂ ਆ ਗਿਆ ਉਹਨੂੰ ਤਾਂ ਫਿਰ ਉੱਥੇ ਹਾਲਵੇ ਦੇ ਵਿੱਚ ਹੀ ਟ੍ਰੀਟ ਕਰਨਾ ਪਊਗਾ ਨਾ। ਦੂਜਾ ਉਹ ਕਹਿੰਦੇ ਫਿਜ਼ੀਸ਼ੀਅਨਸ ਨੇ ਜਿਹੜੀ ਇਹ ਗੱਲਬਾਤ ਕਹੀ ਆ ਕਿ ਸਾਡੇ ਕੋਲ ਉਹਨੇ ਹਸਪੀਟਲ ਹੀ ਹੈ ਨਹੀਂ ਜਿੱਥੇ ਪੇਸ਼ੈਂਟ ਨੂੰ ਐਡਮਿਟ ਕਰ ਸਕੀਏ। ਐਮਰਜੈਂਸੀ ਰੂਮ ਤੋਂ ਲੈ ਕੇ ਦੂਜੇ ਵਾਰਡ ਦਾ ਮਤਲਬ ਆ ਜਿਹੜੇ ਪੇਸ਼ੈਂਟ ਆ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਹੀ ਕਈ ਹਫ਼ਤੇ ਜਿਹੜੇ ਲਟਕਦੇ ਰਹਿੰਦੇ ਆ। ਤੀਜਾ ਉਹ ਕਹਿੰਦੇ ਜਿਹੜੇ ਸਾਡੇ ਚੁਣੇ ਹੋਏ ਲੀਡਰ ਆ ਇਹ ਸਾਨੂੰ ਇਹਦਾ ਕੋਈ ਪੱਕਾ ਹੱਲ ਦੇਣ ਦੇ ਵਿੱਚ ਫੇਲ ਹੋ ਗਿਆ। ਜਿਹੜੇ ਫਿਜ਼ੀਸ਼ੀਅਨ ਨੇ ਗੱਲਬਾਤ ਕੀਤੀ ਆ ਉਹ ਕਹਿੰਦੇ ਡਾਕਟਰਾਂ ਨੇ ਡਿਸਾਈਡ ਕੀਤਾ ਵੀ ਇੱਕ ਸਟੇਟਮੈਂਟ ਦਈਏ ਜਿਹਦੇ ਵਿੱਚ ਅਸੀਂ ਦੱਸੀਏ ਕਿ ਜਿਹੜੀ ਇਹ ਸਾਰੇ ਕੁਛ ਦੇ ਵਿੱਚ BC ਦੀ ਮਿਨਿਸਟਰੀ ਆਫ ਹੈਲਥ ਆ ਜਾਂ ਦੂਜਾ ਹੈਗਾ ਤੇ ਇਹਦੇ ਵਿੱਚ ਅਕਾਊਂਟੇਬਿਲਟੀ ਹੋਵੇ ਤੇ ਟਰਾਂਸਪੇਰੈਂਸੀ ਹੋਵੇ। ਉਹ ਕਹਿੰਦੇ ਸਾਨੂੰ ਇਦਾਂ ਲੱਗਦਾ ਆ ਕਿ ਅਸੀਂ ਐਗਜ਼ੌਸਟ ਹੋ ਗਏ ਆ ਦੂਜੀਆਂ ਸਾਰੀਆਂ ਆਪਸ਼ਨਸ ਤੋਂ, ਕਿ ਜਿਹੜਾ ਇਹਨਾਂ ਦਾ ਗਰੁੱਪ ਇਸ ਗੱਲ ਲਈ ਵੀ ਪਤਾ ਉਹਨਾਂ ਨੂੰ ਕਿ ਇਹ ਦੱਸਣੀ ਇਨਫੋਰਮੇਸ਼ਨ ਬਾਹਰ ਬਹੁਤ ਜ਼ਰੂਰੀ ਹੈ। ਉਹਨਾਂ ਦੀਆਂ ਆਪਣੀਆਂ ਵੀ ਐਂਗਜ਼ਾਇਟੀਜ਼ ਨੇ ਇਹਦੇ ਵਿੱਚ। ਸਾਨੂੰ ਉਹ ਕਹਿੰਦੇ ਵੀ ਇਹ ਮੈਸੇਜ ਤਾਂ ਦੇਣਾ ਪਿਆ। ਹੁਣ ਤੁਸੀਂ ਸੋਚ ਲਓ ਵੀ ਕੀ ਹਾਲਤ ਆ ਇਸ ਵੇਲੇ ਤੇ ਕਿੱਥੇ ਤੱਕ ਗੱਲਬਾਤ ਮਾੜੀ ਹੋ ਚੁੱਕੀ ਹੈ। 2 ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਆ ਕੇ ਐਮਰਜੈਂਸੀ ਰੂਮ ਦੇ ਵਿੱਚ ਆ ਕੇ ਬੰਦੇ ਨੂੰ ਉਹ ਚਾਕੂ ਮਾਰ ਗਏ, 2 ਜਣਿਆਂ ਨੂੰ। ਪਿਓ ਪੁੱਤਰ ਸੀ, ਇੱਕ 16 ਸਾਲਾਂ ਦਾ ਮੁੰਡਾ ਤੇ 51 ਸਾਲ ਦਾ ਉਹਦਾ ਪਿਤਾ। ਐਮਰਜੈਂਸੀ ਰੂਮ ਦੇ ਵਿੱਚ ਆ ਕੇ ਜਿੱਥੇ ਕਿ ਪਹੁੰਚਣਾ ਵੀ ਸੌਖਾ ਨਹੀਂ ਹੁੰਦਾ, ਉੱਥੇ ਅੰਦਰ ਆ ਕੇ ਸਟੈਬਿੰਗ ਕਰਕੇ ਚਾਕੂ ਮਾਰ ਗਏ। ਹੁਣ ਜਿਹੜੀ ਫਰਸਟ੍ਰੇਸ਼ਨ ਹੈਗੀ ਹੈ ਹੈਲਥ ਕੇਅਰ ਦੀ, ਇਹ ਸਾਰਿਆਂ ਨੂੰ ਹੀ ਹੋ ਰਹੀ ਆ ਕਿ ਇਹਦਾ ਕੀ ਕੀਤਾ ਜਾਣਾ ਚਾਹੀਦਾ। ਤੇ ਜਿਹੜਾ ਇਹ ਵੀ ਤੁਹਾਨੂੰ ਪਤਾ ਆ ਕਿ ਕਈ ਸਮੱਸਿਆਵਾਂ ਨੇ ਇੱਥੇ, ਡਾਕਟਰ ਹੀ ਹੈ ਨਹੀਂ ਲੋਕਾਂ ਦੇ ਕੋਲ। ਕਿੰਨੇ ਲੱਖ ਲੋਕ ਆ ਇੱਥੇ, ਉਹਨਾਂ ਦੇ ਮਿਲੀਅਨ ਦੇ ਕਰੀਬ ਲੋਕਾਂ ਦੇ ਕੋਲ ਡਾਕਟਰ ਹੀ ਹੈ ਨਹੀਂ ਇੱਥੇ, ਮਤਲਬ ਫੈਮਿਲੀ ਡਾਕਟਰ ਹੀ ਹੈ ਨਹੀਂ। ਉਹ ਸਾਰੇ ਇੱਧਰ ਐਮਰਜੈਂਸੀ ਦੇ ਵਿੱਚ ਜਾ ਰਹੇ ਆ ਤੇ ਐਮਰਜੈਂਸੀ ਦੇ ਵਿੱਚ ਜਿਹੜਾ ਹਾਲ ਆ ਉਹ ਇਹਨਾਂ ਡਾਕਟਰਾਂ ਨੇ ਅੱਜ ਸਾਹਮਣੇ ਆ ਕੇ ਦੱਸ ਦਿੱਤਾ ਕਿ ਹੁਣ ਜਾਂ ਤਾਂ ਇਹ ਆ ਵੀ ਡਾਕਟਰ ਜਿਹੜੇ ਜ਼ਿਆਦਾ ਲਿਆਂਦੇ ਜਾਣ, ਹਸਪਤਾਲ ਜ਼ਿਆਦਾ ਲਿਆਂਦੇ ਜਾਣ, ਹਸਪਤਾਲ ਕਦੋਂ ਆਉਣਾ, ਕਿੱਥੇ ਆਉਣਾ, ਇਹ ਇੱਕ ਆਪਣੇ ਆਪ ਦੇ ਵਿੱਚ ਮੁੱਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਣਿਆ ਰਿਹਾ। ਪਰ ਇਹਨਾਂ ਡਾਕਟਰਾਂ ਦੀ ਖਬਰ ਨੇ ਜਿਹੜਾ BC ਵਾਸੀਆਂ ਨੂੰ ਕਾਫੀ ਚਿੰਤਾ ਦੇ ਵਿੱਚ ਪਾਇਆ। ਸਿਹਤ ਨਾਲ ਸੰਬੰਧਿਤ ਅਗਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਪਹਿਲੀ ਖਬਰ ਦੇ ਨਾਲ ਜੁੜਦੀ ਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣ ਫੈਸਲਾ ਕਰ ਲਿਆ ਵੀ ਮਰੀਜ਼ਾਂ ਦਾ ਇਲਾਜ ਸਾਡੇ ਕੋਲੋਂ ਇੱਥੇ ਨਹੀਂ ਹੋ ਸਕਦਾ। ਖਾਸ ਕਰ ਜਿਹੜੇ ਕੈਂਸਰ ਦੇ ਮਰੀਜ਼ ਆ ਉਹਨਾਂ ਨੂੰ ਰੇਡੀਏਸ਼ਨ ਟ੍ਰੀਟਮੈਂਟ ਦੇਣੀ ਹੁੰਦੀ ਆ ਤੇ ਉਹ ਵਾਸ਼ਿੰਗਟਨ ਦੇ ਵਿੱਚ ਸਾਡੇ ਨਾਲ ਅਮਰੀਕਾ ਦੇ ਵਿੱਚ ਜਾ ਕੇ ਕਹਿੰਦੇ ਉਹਨਾਂ ਨੂੰ ਦਿੱਤਾ ਇਲਾਜ ਜਿਹੜਾ ਕੀਤਾ ਜਾਊਗਾ। ਇਹ 2 ਪਾਸੇ ਨੇ ਇਸ ਖਬਰ ਦੇ, ਚੰਗੀ ਖਬਰ ਵੀ ਆ ਤੇ ਮਾੜੀ ਖਬਰ ਵੀ ਆ। ਚੰਗੀ ਖਬਰ ਤਾਂ ਇਸ ਕਰਕੇ ਆ ਵੀ ਜਿਹੜੇ ਕੈਂਸਰ ਦੇ ਮਰੀਜ਼ ਇੱਥੇ ਸਟਰਗਲ ਕਰੀ ਜਾਂਦੇ, ਵਾਰੀ ਦੀ ਉਡੀਕ ਕਰੀ ਜਾਂਦੇ, ਉਹਨਾਂ ਦੀ ਵਾਰੀ ਨਹੀਂ ਆਉਂਦੀ, ਉਹਨਾਂ ਨੂੰ ਘੱਟੋ ਘੱਟ ਅਮਰੀਕਾ ਦੇ ਵਿੱਚ ਭੇਜ ਕੇ ਸਰਕਾਰ ਆਪਣੇ ਖਰਚੇ 'ਤੇ ਜਾਣ ਆਉਣ ਦਾ, ਰੋਟੀ ਪਾਣੀ ਦਾ, ਰਾਹ ਦਾ ਖਰਚਾ ਵੀ ਸਾਰਾ ਸਰਕਾਰ ਉਹਦੇ ਵਿੱਚ ਕਵਰਡ ਹੋਊਗਾ ਤੇ ਉੱਥੇ ਜਾ ਕੇ ਆਪਣੀ ਟ੍ਰੀਟਮੈਂਟ ਕਰਾ ਲੈਣਗੇ। ਤੇ ਵੱਡੀ ਗਿਣਤੀ ਦੇ ਵਿੱਚ
ਜਿਹੜੇ 50 ਪੇਸ਼ੈਂਟ ਇੱਕ ਹਫ਼ਤੇ ਦੇ ਵਿੱਚ, ਤੇ ਤੁਸੀਂ ਲਾ ਲਓ ਵੀ ਸਾਲ ਦੇ ਕਿੰਨੇ ਮਰੀਜ਼ ਜਿਹੜੇ ਇੱਥੇ ਉਡੀਕੀ ਜਾਣੇ ਸੀ ਉਹਨਾਂ ਦੀ ਵਾਰੀ ਆ ਜੂਗੀ। ਇਹ ਤੇ ਇੱਕ ਚੰਗੀ ਗੱਲ ਆ। 29 ਮਈ ਤੋਂ ਇਹ ਸ਼ੁਰੂ ਹੋ ਜਾਣਾ। ਮਾੜੀ ਗੱਲ ਇਹ ਆ ਵੀ ਅਸਲ ਦੇ ਵਿੱਚ ਦੂਜਾ ਮਤਲਬ ਇਹਦਾ ਇਹ ਆ ਕਿ ਕੈਨੇਡਾ ਵਾਲੇ ਇਸ ਗੱਲ ਦੇ ਉਹਨਾਂ ਕੋਲੇ ਹੈ ਹੀ ਨਹੀਂ ਆ ਕਿ ਉਹ ਇਹਦਾ ਮਰੀਜ਼ਾਂ ਦਾ ਇਲਾਜ ਇੱਥੇ ਕਰ ਸਕਣ। ਸਾਡਾ ਸਿਸਟਮ ਹੀ ਨਹੀਂ ਆ ਸਪੋਰਟ ਕਰ ਰਿਹਾ ਇੰਨੇ ਕੁਛ ਨੂੰ। ਹੋਣਾ ਤਾਂ ਇਹ ਚਾਹੀਦਾ ਨਾ ਕਿ ਦੇਸ਼ ਆਪਣੇ 'ਚ ਇਲਾਜ ਕਰੇ, ਦੂਜੇ ਪਾਸੇ ਭੇਜਣੇ ਕਿਉਂ ਪੈਣ, ਪਰ ਨਹੀਂ ਹੋ ਰਿਹਾ ਤਾਂ ਇਸ ਕਰਕੇ ਉੱਧਰ ਭੇਜਣੇ ਪੈ ਰਹੇ ਆ। ਜਿਹੜੇ ਬ੍ਰੈਸਟ ਕੈਂਸਰ ਆ ਜਾਂ ਪ੍ਰੋਸਟੇਟ ਕੈਂਸਰ ਆ ਉਹਦੇ ਪੇਸ਼ੈਂਟ ਨੇ, ਇਹਨਾਂ ਨੂੰ ਪਹਿਲਾ ਗਰੁੱਪ ਆ ਜਿਹੜਾ ਉੱਧਰਲੇ ਪਾਸੇ ਭੇਜਿਆ ਜਾਣਾ। ਬੈਲਿੰਗਮ ਆਪਣੇ ਨਾਲ ਹੀ ਇੱਥੇ ਤੁਹਾਨੂੰ ਪਤਾ ਕਿ ਪੈਂਦਾ ਆ ਅਮਰੀਕਾ ਦੇ ਬਾਰਡਰ ਦੇ ਦੂਜੇ ਪਾਸੇ, ਇੱਥੋਂ 40 ਕਿਲੋਮੀਟਰ ਕੈਨੇਡਾ US ਬਾਰਡਰ ਤੋਂ ਦੂਜੇ ਪਾਸੇ ਪੈਂਦਾ ਆ। ਹੈਲਥ ਮਿਨਿਸਟਰ ਏਡੀਅਨ ਡਿਕਸ ਨੇ ਇਹ ਗੱਲਬਾਤ ਕਹੀ ਆ ਕਿ ਅਰੇਂਜਮੈਂਟ ਟੈਂਪਰੇਰੀ ਆ ਤੇ ਜਿਹੜੇ ਲੋਕਾਂ ਨੂੰ ਲੋੜ ਆ ਉਹਨਾਂ ਨੂੰ ਜਲਦੀ ਕੇਅਰ ਮਿਲ ਜਾਵੇ ਤੇ ਪੇਸ਼ੈਂਟਸ ਜਿਹੜੇ ਆ ਉਹ ਸਿਕਿਉਰ ਹੁਣ ਉੱਥੇ ਜਾ ਕੇ ਆਪਣਾ ਇਲਾਜ ਕਰਾਉਣ ਤੇ ਠੀਕ ਠਾਕ ਹੋ ਕੇ ਘਰ ਆਉਣ ਤੇ ਉਹਨਾਂ ਨੂੰ ਉਡੀਕਣਾ ਨਾ ਪਵੇ। ਸੋ ਇਹ ਇੱਕ ਅੱਜ ਖਾਸ ਖਬਰ ਆ। ਜਿਹੜੇ ਲੋਕਾਂ ਨੂੰ ਉੱਥੇ 83% BC ਦੇ ਪੇਸ਼ੈਂਟ ਰੇਡੀਏਸ਼ਨ ਉਹਨਾਂ ਦੀ 28 ਦਿਨ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਰੈਡੀ ਹੁੰਦੇ ਆ ਟ੍ਰੀਟਮੈਂਟ ਦੇ ਲਈ। ਟਾਈਮਲਾਈਨ ਜਿਹੜੀ ਦਿੱਤੀ ਆ ਤੇ ਹੁਣ ਇਹਦੇ ਨਾਲ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੁੰਦਾ ਹੈ, ਟਰੈਵਲ, ਮੀਲ, ਅਕਮੋਡੇਸ਼ਨ ਸਾਰਾ ਕੁਝ ਕਵਰਡ ਹੋਊਗਾ, ਐਲੀਜੀਬਲ ਪੇਸ਼ੈਂਟ ਉੱਧਰ ਜਾ ਸਕਦੇ। ਪਰ ਦੂਜੇ ਪਾਸੇ ਇਹ ਵੀ ਆ ਵੀ ਉਡੀਕ ਕਿੰਨੀ ਆ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਕੈਨੇਡਾ ਦੇ ਵਿੱਚ ਕਿੰਨੀ ਉਡੀਕ ਆ। ਤੇ ਦੂਜੀ ਇਹਦੀ ਕਹਿੰਦੇ ਡਾਇਗਨੋਸ ਦੇ ਵਿੱਚ ਹੀ ਬਹੁਤ ਉਡੀਕ ਆ ਵੀ ਜਦੋਂ ਨੂੰ ਪਤਾ ਲੱਗਦਾ ਉਦੋਂ ਤੱਕ ਹੀ ਮਰੀਜ਼ ਦੀ ਹਾਲਤ ਕਿਤੇ ਦੀ ਕਿਤੇ ਪਹੁੰਚ ਚੁੱਕੀ ਹੁੰਦੀ ਆ। ਜਿਹੜੀਆਂ ਸਕੈਨਿੰਗਾਂ ਤੇ ਫਲਾਨਾ ਸਾਰਾ ਕੁਝ ਹੋਣਾ, ਇਹਦੀ ਵਾਰੀ ਇੰਨੀ ਆ ਕਿ ਜਿੱਦਣ ਮਰੀਜ਼ ਨੂੰ ਸ਼ੱਕ ਪੈਂਦੀ ਇਹਨਾਂ ਨੂੰ ਕਿ ਬੰਦੇ ਨੂੰ ਕੈਂਸਰ ਹੋਇਆ, ਉਹਦੇ ਤੋਂ ਲੈ ਕੇ ਕਨਫਰਮ ਕਰਨ ਤੱਕ ਹੀ ਕਿੰਨਾ ਟਾਈਮ ਲੱਗ ਜਾਂਦਾ। ਤੇ ਉਸ ਵੇਟ ਦਾ ਕੀ ਕਰਨਾ, ਓਵਰਆਲ ਸਿਸਟਮ ਜਿਹੜਾ ਆ ਉਹ ਇਸ ਵੇਲੇ ਕਿਤੇ ਨਾ ਕਿਤੇ ਸੰਕਟ ਦੇ ਵਿੱਚ ਆ। ਜਿਹੜੇ 30,000 ਪੇਸ਼ੈਂਟ ਨੇ ਉਹ 2021 ਦੇ ਵਿੱਚ ਜਿਹੜੇ ਕੈਂਸਰ ਦੇ ਨਾਲ ਡਾਇਗਨੋਸ ਕੀਤੇ ਗਏ ਆ। ਉਸੇ ਸਾਲ ਹੀ 11,000 BC ਦੇ ਵਿੱਚ ਲੋਕ ਸੀਗੇ ਜਿਹੜੇ ਉਹ ਇਸ ਬਿਮਾਰੀ ਦੇ ਨਾਲ ਮੌਤ ਵੀ ਹੋਈ ਸੀ। 50% BC ਦੇ ਵਿੱਚ ਰੈਜ਼ੀਡੈਂਟਸ ਨੇ ਜਿਹੜੇ ਉਹ ਕੈਂਸਰ ਡਾਇਗਨੋਸ ਉਹਨਾਂ ਨੂੰ ਲਾਈਫ ਟਾਈਮ ਦੇ ਵਿੱਚ ਹੁੰਦਾ ਆ। ਮਤਲਬ BC ਦੇ ਵਿੱਚ ਜਿੰਨੇ ਆਪਾਂ ਰਹਿੰਦੇ ਆ, ਜੇ 10 ਜਣੇ ਆ ਘਰ ਦੇ ਵਿੱਚ ਤੇ 5 ਜਣਿਆਂ ਨੂੰ ਲਾਈਫ ਟਾਈਮ ਦੇ ਵਿੱਚ ਕੈਂਸਰ ਦੇ ਚਾਂਸਸ ਹੈਗੇ ਹੀ ਆ। ਦੂਜੀਆਂ ਜਿਹੜੀਆਂ ਪਾਰਟੀਆਂ ਵਿਰੋਧ ਕਰ ਰਹੀਆਂ, ਅਪੋਜ਼ਿਟ ਪਾਰਟੀਆਂ ਜਿਹੜੀਆਂ ਉਹਨਾਂ ਨੇ ਵਿਰੋਧ ਕੀਤਾ ਵੀ ਇਹ ਕੀ ਹੋ ਰਿਹਾ, ਤੁਹਾਨੂੰ ਸਾਡਾ ਹੈਲਥ ਕੇਅਰ ਸਿਸਟਮ ਪੂਰੀ ਤਰ੍ਹਾਂ ਜਿਹੜਾ ਫੇਲ ਹੋ ਚੁੱਕਾ। ਸ਼ਰਲੀ ਬੌਂਡ ਜਿਹੜੇ ਹੈਲਥ ਕ੍ਰਿਟਿਕ ਨੇ BC ਦੇ, ਕਿਸੇ ਵੇਲੇ BC ਦੇ ਹੈਲਥ ਮਿਨਿਸਟਰ ਵੀ ਰਹੇ ਆ ਜਦੋਂ ਲਿਬਰਲ ਸਰਕਾਰ ਹੁੰਦੀ ਸੀ, ਉਹ ਕਹਿੰਦੇ ਵੀ ਸਾਡਾ ਪੂਰੀ ਤਰ੍ਹਾਂ ਹੱਥਾਂ 'ਚੋਂ ਬਾਹਰ ਗੱਲ ਜਾ ਚੁੱਕੀ ਆ ਤੇ ਅਸੀਂ ਮਤਲਬ ਕੈਂਸਰ ਡਾਇਗਨੋਸ ਦੀ ਆਹ ਹਾਲਤ ਆ, ਜੇਕਰ ਸਾਡੇ ਕੋਲ ਇਲਾਜ ਨਹੀਂ ਹੋ ਰਿਹਾ ਤੇ ਬਾਕੀ ਬਿਮਾਰੀਆਂ ਦਾ ਲੋਕਾਂ ਦਾ ਕੀ ਬਣਦਾ ਹੋਊਗਾ। ਇਹ ਖਬਰ ਦੇ ਉੱਤੇ ਵੀ ਅੱਜ ਕਾਫੀ ਚਰਚਾ ਹੋ ਰਹੀ ਹੈ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਆਪਾਂ ਫਿਰ ਹਾਜ਼ਰ ਹੋਵਾਂਗੇ ਕੱਲ ਦੀਆਂ ਕੁਝ ਨਵੀਆਂ ਤਾਜ਼ੀਆਂ ਖਬਰਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।